ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਆਸ ਕਰਦਾ ਸਾਰੇ ਠੀਕ ਠਾਕ ਹੋਵੋਗੇ। ਸਵਾਗਤ ਹੈ ਤੁਹਾਡਾ ਜੇ ਐਗਜ਼ਾਮ ਸਟੱਡੀ ਚੰਡੀਗੜ੍ਹ 'ਚ ਪੰਜਾਬ ਦੀਆਂ ਸਾਰੀਆਂ ਪ੍ਰੀਖਿਆਵਾਂ ਲਈ। ਅਸੀਂ SST ਦੀ ਤਿਆਰੀ ਸ਼ੁਰੂ ਕਰਾ ਚੁੱਕੇ ਹਾਂ, ਜਿਹਦੇ ਵਿੱਚ ਮਾਸਟਰ ਕੈਡਰ, UGC ਨੈੱਟ, ਲੈਕਚਰਰ ਕਾਲਜ, ਪੰਜਾਬ ਪੁਲਿਸ, ਪਟਵਾਰੀ ਹੈ, ਜਿੰਨੇ ਵੀ SS ਬੋਰਡ ਦੇ ਜਿੰਨੇ ਵੀ ਪੇਪਰ ਹੁੰਦੇ ਆ ਸਾਰਿਆਂ ਦੇ ਲਈ ਬਹੁਤ ਜ਼ਿਆਦਾ ਉਪਯੋਗੀ ਹੈ। SST 'ਚ ਅਸੀਂ ਦਿੱਲੀ ਸਲਤਨਤ ਪਾਰਟ 1, ਜਿਹਦੇ 'ਚ ਗੁਲਾਮ ਵੰਸ਼, ਸਲੇਵ ਡਾਇਨੈਸਟੀ ਪੜ੍ਹਾਂਗੇ, ਜਿਹਦੇ ਵਿੱਚ ਟੋਟਲ 5 ਵੰਸ਼ ਆਉਂਦੇ ਦਿੱਲੀ ਸਲਤਨਤ 'ਚ। ਸੋ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ। ਸਭ ਤੋਂ ਪਹਿਲਾ ਕੁਐਸਚਨ ਹੈ ਜੀ, ਮੁਹੰਮਦ ਗੌਰੀ ਕਿੱਥੋਂ ਦਾ ਸ਼ਾਸਕ ਸੀ? ਸੋ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4, ਗਜ਼ਨੀ ਦਾ। ਮੁਹੰਮਦ ਗੌਰੀ ਹੈ ਜਿਹੜਾ ਉਹ ਗਜ਼ਨੀ ਦਾ ਸ਼ਾਸਕ ਸੀ। ਨੈਕਸਟ ਹੈ ਜੀ, ਮੁਹੰਮਦ ਗੌਰੀ ਕਿਸ ਨੂੰ ਆਪਣਾ ਮਾਲਕ ਮੰਨਦਾ ਸੀ? ਕੁਐਸਚਨ ਨੰਬਰ 2, ਗਿਆਸੂਦੀਨ ਨੂੰ, ਪ੍ਰਿਥਵੀਰਾਜ ਚੌਹਾਨ ਨੂੰ, ਮਹਿਮੂਦ ਗਜ਼ਨਵੀ ਨੂੰ, ਉਪਰੋਕਤ ਸਾਰਿਆਂ ਨੂੰ। ਸੋ ਇਹਦਾ ਰਾਈਟ ਆਨਸਰ ਹੈ ਜਿਹੜਾ ਮੁਹੰਮਦ ਗੌਰੀ ਹੈ ਉਹ ਗਿਆਸੂਦੀਨ ਨੂੰ ਆਪਣਾ ਮਾਲਕ ਮੰਨਦਾ ਸੀ। ਕੁਐਸਚਨ ਨੰਬਰ 3 ਹੈ ਜੀ, ਮੁਹੰਮਦ ਗੌਰੀ ਨੇ ਕਿਹੜੇ ਸਮੇਂ ਦੌਰਾਨ ਭਾਰਤ 'ਤੇ ਹਮਲੇ ਕੀਤੇ? ਸੋ ਕਿਹੜਾ ਕਾਰਜਕਾਲ, ਕਿਹੜਾ ਟਾਈਮ ਪੀਰੀਅਡ ਸੀ ਜਿਹਦੇ ਦੌਰਾਨ ਮੈਕਸੀਮਮ ਹਮਲੇ ਜਿਹੜੇ ਮੁਹੰਮਦ ਗੌਰੀ ਨੇ, ਜਾਂ ਸਾਰੇ ਆਪਦੇ ਹਮਲੇ ਜਿਹੜੇ ਮੁਹੰਮਦ ਗੌਰੀ ਨੇ ਕੀਤੇ ਸੀ? ਉਹ ਸੀ ਜੀ ਆਪਸ਼ਨ ਨੰਬਰ 4, 1175 ਤੋਂ 1206। ਇਸ ਟਾਈਮ ਦੌਰਾਨ ਜਿਹੜੇ ਮੁਹੰਮਦ ਗੌਰੀ ਨੇ ਭਾਰਤ 'ਤੇ ਹਮਲੇ ਕੀਤੇ। ਕੁਐਸਚਨ ਨੰਬਰ 4 ਹੈ ਜੀ, ਮੁਹੰਮਦ ਗੌਰੀ ਨੇ ਸਭ ਤੋਂ ਪਹਿਲਾ ਹਮਲਾ 1175 ਈਸਵੀ ਵਿੱਚ ਕਿੱਥੇ ਕੀਤਾ? ਪਹਿਲਾ ਹਮਲਾ ਜਿਹੜਾ ਕੀਤਾ ਸੀ ਜੀ ਉਹਨੇ ਮੁਲਤਾਨ 'ਤੇ ਕੀਤਾ ਸੀ। ਆਪਸ਼ਨ 2 ਰਾਈਟ ਆਨਸਰ ਹੈ ਜੀ ਮੁਲਤਾਨ। ਕੁਐਸਚਨ ਨੰਬਰ 5, ਮੁਹੰਮਦ ਗੌਰੀ ਨੇ ਪੰਜਾਬ 'ਤੇ ਕਦੋਂ ਕਬਜ਼ਾ ਕੀਤਾ? ਜਿਵੇਂ ਕਿ 1175 ਤੋਂ 1206 ਦਾ ਪੀਰੀਅਡ ਜਿਹੜਾ ਉਹਦੇ ਹਮਲਿਆਂ ਦਾ। ਸੋ ਜਿਹੜਾ ਪੰਜਾਬ 'ਤੇ ਮੁਹੰਮਦ ਗੌਰੀ ਦਾ ਕਬਜ਼ਾ ਸੀ, ਆਪਸ਼ਨ 2 1178। 1178 ਈਸਵੀ ਵਿੱਚ ਆਪਦੀਆਂ ਜਿਹੜੀ ਮੁਹਿੰਮਾਂ ਦੇ ਤਹਿਤ ਉਹਨੇ ਪੰਜਾਬ 'ਤੇ ਕਬਜ਼ਾ ਕੀਤਾ ਸੀ। ਕੁਐਸਚਨ ਨੰਬਰ 6 ਜੀ, ਤਰਾਇਨ ਦੀ ਪਹਿਲੀ ਲੜਾਈ ਕਦੋਂ ਹੋਈ? 1190, 1191, 1192, 1193। ਸੋ ਜਿਹੜੀ ਤਰਾਇਨ ਦੀਆਂ 2 ਲੜਾਈਆਂ ਹੋਈਆਂ ਸੀ, ਸਾਰੇ ਜਾਣਦੇ ਹੀ ਹਾਂ। ਪਹਿਲੀ ਲੜਾਈ ਹੈ ਜਿਹੜੀ ਉਹ 1191 'ਚ ਹੋਈ ਸੀ। ਕੁਐਸਚਨ ਨੰਬਰ 7 ਹੈ ਜੀ, ਤਰਾਇਨ ਦੀ ਪਹਿਲੀ ਲੜਾਈ ਕਿਹੜੀਆਂ 2 ਧਿਰਾਂ ਵਿਚਕਾਰ ਹੋਈ? ਦੇਖੋ ਜਿਹੜਾ ਅਸੀਂ ਪੜ੍ਹ ਰਹੇ ਹਾਂ ਟੌਪਿਕ, ਅਸੀਂ ਇਹਦੇ 'ਤੇ ਜਿਹੜਾ ਦਿੱਲੀ ਸਲਤਨਤ ਤੋਂ ਪਹਿਲਾਂ 5, 7, 10 ਕੁਐਸਚਨ ਹੈਗੇ ਆ। ਇਹ ਵੀ ਪੜ੍ਹਨੇ ਬਹੁਤ ਜ਼ਰੂਰੀ ਹੈ। ਦਿੱਲੀ ਸਲਤਨਤ ਦੇ ਵਿੱਚ ਹੀ ਕਾਊਂਟ ਹੁੰਦੇ, ਕਿਉਂਕਿ ਬੇਸ ਇੱਥੋਂ ਹੀ ਬਣਦਾ ਹੈ। ਸੋ ਕੋਸ਼ਿਸ਼ ਕੀਤੀ ਗਈ ਹੈ ਜੀ, ਥੋੜ੍ਹੇ ਕੁਐਸਚਨ ਹੈ, ਸਾਰਾ ਟੌਪਿਕ ਜਿੰਨਾ ਇਸ ਟੌਪਿਕ 'ਚ ਹੋ ਗਿਆ ਲਗਭਗ ਸਾਰਾ ਨਿਚੋੜ ਹੀ ਅਸੀਂ ਇਹਦੇ 'ਚ ਲੈ ਕੇ ਆਏ ਹਾਂ। ਸੋ ਕੁਐਸਚਨ ਨੰਬਰ 7 ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4। ਪਹਿਲੀ ਲੜਾਈ ਹੈ ਜਿਹੜੀ ਪ੍ਰਿਥਵੀਰਾਜ ਚੌਹਾਨ ਅਤੇ ਮੁਹੰਮਦ ਗੌਰੀ ਦੇ ਵਿੱਚ ਹੋਈ ਸੀ। ਤਰਾਇਨ ਦੀ ਪਹਿਲੀ ਲੜਾਈ 'ਚ ਕੌਣ ਜੇਤੂ ਰਿਹਾ ਸੀ? ਤਰਾਇਨ ਦੀ ਪਹਿਲੀ ਲੜਾਈ 'ਚ ਪ੍ਰਿਥਵੀਰਾਜ ਚੌਹਾਨ ਜਿਹੜਾ ਜੇਤੂ ਰਿਹਾ ਸੀ। ਸੋ 2 ਲੜਾਈਆਂ ਹੋਈਆਂ ਸੀ ਇਹਨਾਂ ਦੀਆਂ। ਕੁਐਸਚਨ ਨੰਬਰ 9, ਤਰਾਇਨ ਦੀ ਦੂਜੀ ਲੜਾਈ ਕਦੋਂ ਹੋਈ? ਪਹਿਲੀ ਲੜਾਈ ਸਾਨੂੰ ਪਤਾ 1191 'ਚ ਹੋਈ ਸੀ। ਸੋ ਦੂਜੀ ਲੜਾਈ ਜਿਹੜੀ ਉਸ ਤੋਂ ਅਗਲੇ ਹੀ ਸਾਲ 1192 'ਚ ਹੋਈ ਸੀ। ਕੁਐਸਚਨ ਨੰਬਰ 10 ਜੀ, ਤਰਾਇਨ ਦੀ ਦੂਜੀ ਲੜਾਈ ਕਿਹੜੀਆਂ 2 ਧਿਰਾਂ ਵਿਚਕਾਰ ਹੋਈ? ਤਰਾਇਨ ਦੀ ਜਿਹੜੀ ਪਹਿਲੀ ਲੜਾਈ ਸੀ ਪ੍ਰਿਥਵੀਰਾਜ ਚੌਹਾਨ ਅਤੇ ਮੁਹੰਮਦ ਗੌਰੀ 'ਚ ਹੋਈ ਸੀ, ਅਤੇ ਦੂਜੀ ਲੜਾਈ ਵੀ ਜਿਹੜੀ ਪ੍ਰਿਥਵੀਰਾਜ ਚੌਹਾਨ, ਆਪਸ਼ਨ ਨੰਬਰ 4, ਪ੍ਰਿਥਵੀਰਾਜ ਚੌਹਾਨ ਅਤੇ ਮੁਹੰਮਦ ਗੌਰੀ ਦੇ ਵਿੱਚ ਹੀ ਹੋਈ ਸੀ। ਕੁਐਸਚਨ ਨੰਬਰ 11 ਜੀ, ਤਰਾਇਨ ਦੀ ਦੂਜੀ ਲੜਾਈ ਵਿੱਚ ਜਿੱਤ ਕਿਸ ਦੀ ਹੋਈ ਸੀ? ਸੋ ਪਹਿਲੀ ਲੜਾਈ 1191, ਉਹੀ ਧਿਰਾਂ। ਇਹ ਜਿਹੜੇ 2 ਕੁਐਸਚਨ ਇਹਨਾਂ ਦੇ ਕੁਐਸਚਨ ਵੀ ਸੇਮ ਹੈ, ਆਨਸਰ ਵੀ ਸੇਮ ਹੈ। ਪਹਿਲੀ ਲੜਾਈ ਪ੍ਰਿਥਵੀਰਾਜ ਚੌਹਾਨ ਜੇਤੂ ਹੋਇਆ ਸੀ, ਦੂਜੀ ਲੜਾਈ 'ਚ ਜਿਹੜਾ ਮੁਹੰਮਦ ਗੌਰੀ ਵਿਨਰ ਹੋਇਆ ਸੀ। ਉਸ ਤੋਂ ਬਾਅਦ ਉਹਦੀ ਜਿਹੜੀ ਅੱਗੇ ਕਾਰਵਾਈਆਂ ਸ਼ੁਰੂ ਹੋ ਗਈਆਂ ਸੀ। ਮੁਹੰਮਦ ਗੌਰੀ ਨੇ ਭਾਰਤ ਵਿੱਚ ਆਪਣਾ ਪ੍ਰਤੀਨਿਧੀ ਕਿਸ ਨੂੰ ਨਿਯੁਕਤ ਕੀਤਾ ਸੀ? ਸੋ ਮੁਹੰਮਦ ਗੌਰੀ ਰਾਈਟ ਆਨਸਰ ਹੈ ਜੀ ਇਹਦਾ ਕੁਤਬਦੀਨ ਐਬਕ, ਜਿਹਨੇ ਅੱਗੇ ਜਾ ਕੇ ਗੁਲਾਮ ਵੰਸ਼, ਸਲੇਵ ਡਾਇਨੈਸਟੀ ਸ਼ੁਰੂ ਕੀਤੀ ਸੀ। ਸੋ ਗੁਲਾਮ ਵੰਸ਼ ਤਾਂ ਕਿਹਾ ਜਾਂਦਾ ਕਿਉਂਕਿ ਇਹ ਮੁਹੰਮਦ ਗੌਰੀ ਦਾ ਗੁਲਾਮ ਸੀ। ਤਰਾਇਨ ਦੀ ਦੂਜੀ ਲੜਾਈ ਵਿੱਚ ਕਿੰਨੇ ਸਾਮੰਤਾਂ ਨੇ ਪ੍ਰਿਥਵੀਰਾਜ ਚੌਹਾਨ ਦਾ ਸਾਥ ਦਿੱਤਾ ਸੀ? ਸੋ ਇਹਦਾ ਰਾਈਟ ਆਨਸਰ ਹੈ ਜੀ ਤਰਾਇਨ ਦੀ ਲੜਾਈ 'ਚ 150 ਜਿਹੜੇ ਸਾਮੰਤਾਂ ਨੇ ਪ੍ਰਿਥਵੀਰਾਜ ਚੌਹਾਨ ਦਾ ਸਾਥ ਦਿੱਤਾ ਸੀ। ਕੁਐਸਚਨ ਨੰਬਰ 14 ਜੀ, ਕੁਤਬਦੀਨ ਐਬਕ ਨੂੰ ਪ੍ਰਤੀਨਿਧੀ ਕਦੋਂ ਨਿਯੁਕਤ ਕੀਤਾ ਗਿਆ ਸੀ? ਮੁਹੰਮਦ ਗੌਰੀ ਨੇ ਕੁਤਬਦੀਨ ਐਬਕ ਨੂੰ ਜਿਹੜਾ ਪ੍ਰਤੀਨਿਧੀ ਨਿਯੁਕਤ ਕਰਤਾ ਸੀਗਾ ਭਾਰਤ ਦਾ। ਸੋ ਰਾਈਟ ਆਨਸਰ ਹੈ ਜੀ ਇਹਦਾ 1192।
1192 'ਚ ਉਹਨੂੰ ਪ੍ਰਤੀਨਿਧੀ ਨਿਯੁਕਤ ਕੀਤਾ ਗਿਆ ਜਦੋਂ ਕਿ ਤਰਾਇਨ ਦੀ ਦੂਜੀ ਲੜਾਈ ਵੀ ਹੋਈ ਸੀ, ਉਹੀ ਸਾਲ ਹੈ ਜੀ। ਕੁਐਸਚਨ ਨੰਬਰ 15 ਜੀ, ਕੁਤਬਦੀਨ ਐਬਕ ਨੇ ਦਿੱਲੀ ਸਲਤਨਤ ਦੀ ਸਥਾਪਨਾ ਕਦੋਂ ਕੀਤੀ? ਸੋ ਕੁਤਬਦੀਨ ਐਬਕ ਦਾ ਜਿਹੜਾ ਸਲੇਵ ਡਾਇਨੈਸਟੀ ਸ਼ੁਰੂ ਹੋ ਜਾਂਦੀ ਇੱਥੋਂ। ਸੋ ਉਹਨੇ ਜਿਹੜੀ ਦਿੱਲੀ ਦੀ ਸਲਤਨਤ ਦੀ ਸ਼ੁਰੂਆਤ ਸੀ 1206 ਵਿੱਚ ਕੀਤੀ ਸੀ। 1206 ਤੱਕ ਮੁਹੰਮਦ ਗੌਰੀ ਲਈ ਹੀ ਕੰਮ ਕਰਦੇ ਰਹੇ। ਉਸ ਤੋਂ ਬਾਅਦ ਉਹਨੇ ਆਪਣੀ ਇੰਡੀਪੈਂਡੈਂਟ ਜਿਹੜੀ ਡਾਇਨੈਸਟੀ ਸ਼ਾਸਨ ਸ਼ੁਰੂ ਕਰ ਲਿਆ ਸੀ। ਕੁਐਸਚਨ ਨੰਬਰ 16 ਜੀ, ਕੁਤਬਦੀਨ ਐਬਕ ਨੇ ਕਿਹੜੀਆਂ 2 ਪ੍ਰਸਿੱਧ ਮਸਜਿਦਾਂ ਬਣਵਾਈਆਂ? ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ, ਇਹ ਬਹੁਤ ਵਾਰ ਪੇਪਰ 'ਚ ਪੁੱਛਿਆ ਜਾਂਦਾ। ਸੋ ਕੁਐਸਚਨ ਨੰਬਰ 16 ਦਾ ਰਾਈਟ ਆਨਸਰ ਹੈ ਜੀ 2.5 ਦਿਨ ਕਾ ਚੌਂਪੜਾ ਅਤੇ ਕੁਵਤ ਉਲ ਇਸਲਾਮ ਮਸਜਿਦਾਂ ਜਿਹੜੀਆਂ ਇਹ ਕੁਤਬਦੀਨ ਐਬਕ ਨੇ ਬਣਵਾਈਆਂ ਸੀ। ਕੁਐਸਚਨ ਨੰਬਰ 17 ਜੀ, 2.5 ਦਿਨ ਕਾ ਚੌਂਪੜਾ ਕਿੱਥੇ ਸਥਿਤ ਹੈ? ਸੋ ਕੁਐਸਚਨ ਨੰਬਰ 17 ਜਿਹੜੀਆਂ ਕਿ 2 ਮਸਜਿਦਾਂ ਬਣਾਈਆਂ ਸੀ ਉਹਨਾਂ ਵਿੱਚ ਜਿਹੜੀ 2.5 ਦਿਨ ਕਾ ਚੌਂਪੜਾ ਹੈ ਉਹ ਅਜਮੇਰ ਵਿਖੇ ਸਥਿਤ ਹੈ। ਕੁਵਤ ਉਲ ਇਸਲਾਮ ਜਿਹੜੀਆਂ 2 ਮਸਜਿਦਾਂ ਸੀ। ਦੂਜੀ ਮਸਜਿਦ ਹੈ ਜਿਹੜੀ ਕੁਐਸਚਨ ਨੰਬਰ 18 ਜੀ, ਕਿੱਥੇ ਸਥਿਤ ਹੈ? ਕਾਬੁਲ, ਅਜਮੇਰ, ਲਾਹੌਰ ਜਾਂ ਦਿੱਲੀ? ਸੋ ਇਹਦਾ ਰਾਈਟ ਆਨਸਰ ਹੈ ਜੀ ਦਿੱਲੀ 'ਚ। ਜਿਹੜੀ ਕੁਵਤ ਉਲ ਇਸਲਾਮ ਮਸਜਿਦ ਆ ਉਹ ਦਿੱਲੀ ਵਿਖੇ ਸਥਿਤ ਹੈ। ਕੁਐਸਚਨ ਨੰਬਰ 19 ਜੀ, ਕੁਤਬ ਮੀਨਾਰ ਦਾ ਨਿਰਮਾਣ ਕਿਸ ਨੇ ਸ਼ੁਰੂ ਕਰਵਾਇਆ? ਅੱਗੇ ਜਾ ਕੇ ਅਸੀਂ ਜੋ ਅਗਲੀਆਂ ਡਾਇਨੈਸਟੀਜ਼ ਪੜ੍ਹਾਂਗੇ ਤਾਂ ਇਹਦਾ ਜਿਹੜਾ ਸੰਪੂਰਨਤਾ ਕਿਸੇ ਹੋਰ ਰਾਜੇ ਵੱਲੋਂ ਹੋਈ ਸੀ, ਸ਼ਾਸਕ ਵੱਲੋਂ ਹੋਈ ਸੀ। ਸੌਰੀ, ਕੁਤਬ ਮੀਨਾਰ ਦਾ ਜਿਹੜਾ ਨਿਰਮਾਣ ਉਹ ਕੁਤਬਦੀਨ ਐਬਕ ਨੇ ਸ਼ੁਰੂ ਕਰਵਾਇਆ ਸੀ। ਇਹਦੇ ਨਾਮ ਤੋਂ ਹੀ ਤੁਸੀਂ ਜੱਜ ਕਰ ਸਕਦੇ ਹੋ। ਕੁਐਸਚਨ ਨੰਬਰ 20 ਜੀ, ਕੁਤਬਦੀਨ ਐਬਕ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਸੋ ਇਹਦਾ ਰਾਈਟ ਆਨਸਰ ਹੈ ਜੀ ਲੱਖ ਬਖਸ਼, ਕਿਉਂਕਿ ਉਹ ਬਹੁਤ ਜ਼ਿਆਦਾ ਦਾਨੀ ਅਤੇ ਦੂਜੇ ਦੀ ਹੈਲਪ ਕਰਨ ਵਾਲਾ ਮੰਨਿਆ ਜਾਂਦਾ ਸੀ, ਇਸ ਲਈ ਉਸਨੂੰ ਲੱਖ ਬਖਸ਼ ਕਿਹਾ ਜਾਂਦਾ ਸੀ। ਕੁਤਬਦੀਨ ਐਬਕ ਦੀ ਮੌਤ ਕਿਵੇਂ ਹੋਈ ਸੀ? ਕੁਐਸਚਨ ਨੰਬਰ 21 ਹੈ ਜੀ, ਤੀਰ ਲੱਗਣ ਕਾਰਨ, ਦਮੇ ਕਾਰਨ, ਆਤਮ ਹੱਤਿਆ ਕਾਰਨ, ਘੋੜੇ ਤੋਂ ਡਿੱਗਣ ਕਾਰਨ? ਸੋ ਕੁਐਸਚਨ ਨੰਬਰ 21 ਦਾ ਜਿਹੜਾ ਰਾਈਟ ਆਨਸਰ ਹੈ ਜੀ ਜਿਹੜੀ ਇਹਦੀ ਮੌਤ ਹੋਈ ਸੀ ਉਹ ਘੋੜੇ ਤੋਂ ਡਿੱਗਣ ਕਾਰਨ ਹੋਈ ਸੀ। ਕੁਐਸਚਨ ਨੰਬਰ 22 ਜੀ, ਇਲਤੁਤਮਿਸ਼ ਦਾ ਪੂਰਾ ਨਾਂ ਕੀ ਸੀ? ਜਲਾਲ ਅਖਤਰ, ਖੁਦਾ ਖਾਨ, ਮੌਲਾ ਖਾਨ, ਇਲਤੁਤਮਿਸ਼, ਸ਼ਮਸੂਦੀਨ ਇਲਤੁਤਮਿਸ਼? ਸੋ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 ਸ਼ਮਸੂਦੀਨ ਇਲਤੁਤਮਿਸ਼। ਕੁਤਬਦੀਨ ਐਬਕ ਨੇ ਇਲਤੁਤਮਿਸ਼ ਨੂੰ ਕਿਸ ਅਹੁਦੇ 'ਤੇ ਨਿਯੁਕਤ ਕੀਤਾ? ਜਿਹੜਾ ਕੁਤਬਦੀਨ ਐਬਕ ਸੀ ਇਲਤੁਤਮਿਸ਼ ਉਹਦਾ ਇੱਕ ਤਰ੍ਹਾਂ ਨਾਲ ਨੌਕਰ ਸੀਗਾ, ਉਹਦੇ ਕੋਲ ਨੌਕਰੀ ਕਰਦਾ ਸੀ, ਜੋ ਕਿ ਬਾਅਦ 'ਚ ਉਸਨੇ ਉਸਦੀ ਗੁਲਾਮਵੰਸ਼ ਦਾ ਜਿਹੜਾ ਸ਼ਾਸਨ ਅੱਗੇ ਤੋਰਿਆ ਸੀ। ਸੋ ਜਿਹੜਾ ਕੁਤਬਦੀਨ ਐਬਕ ਹੈ ਕੁਐਸਚਨ ਨੰਬਰ 23 ਦਾ ਆਨਸਰ ਹੈ ਜੀ ਆਪਸ਼ਨ 3 ਅਮੀਰੇ ਸ਼ਿਕਾਰ ਦੀ ਡੈਜ਼ਿਗਨੇਸ਼ਨ 'ਤੇ ਉਹ ਨਿਯੁਕਤ ਕੀਤਾ ਗਿਆ ਸੀ। ਕੁਐਸਚਨ ਨੰਬਰ 24 ਜੀ, ਇਲਤੁਤਮਿਸ਼ ਸੁਲਤਾਨ ਕਦੋਂ ਬਣਿਆ? ਸੋ ਕੁਐਸਚਨ ਨੰਬਰ 24 ਦਾ ਰਾਈਟ ਆਨਸਰ ਹੈ ਜੀ 1211। 1210 ਦੇ ਆਸ-ਪਾਸ ਜਿਹੜੀ ਕੁਤਬਦੀਨ ਐਬਕ ਦੀ ਜਿਹੜੀ ਮੌਤ ਹੋਈ ਸੀ ਉਦੋਂ ਤੋਂ ਇਹਦਾ ਸ਼ਾਸਨ ਸ਼ੁਰੂ ਹੁੰਦਾ ਅਤੇ 11 'ਚ ਇਹ ਮਤਲਬ ਸ਼ਾਸਨ ਕਰ ਲਿਆ ਸੀ। ਕੁਐਸਚਨ ਨੰਬਰ 25 ਜੀ, ਇਲਤੁਤਮਿਸ਼ ਨੇ ਕਿਹੜੇ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ? ਸੋ ਇਹਦਾ ਰਾਈਟ ਆਨਸਰ ਹੈ ਜੀ ਕੁਐਸਚਨ ਨੰਬਰ 25 ਦਾ ਦਿੱਲੀ, ਆਪਸ਼ਨ ਨੰਬਰ 4 ਦਿੱਲੀ ਨੂੰ ਜਿਹੜਾ ਇਹਨੇ ਆਪਣੀ ਰਾਜਧਾਨੀ ਬਣਾ ਲਿਆ ਸੀ। ਮੰਗੋਲਾਂ ਨੇ ਕਿਸ ਦੀ ਅਗਵਾਈ ਹੇਠ ਭਾਰਤ 'ਤੇ ਹਮਲਾ ਕੀਤਾ? ਮੰਗੋਲਾਂ ਨੇ ਜਿਹੜਾ ਚੰਗੇਜ਼ ਖਾਨ ਦੀ ਅਗਵਾਈ ਹੇਠ ਭਾਰਤ 'ਤੇ ਹਮਲੇ ਕੀਤੇ ਸੀ, ਜਿਨ੍ਹਾਂ ਦਾ ਅੱਗੇ ਵੀ ਵੰਸ਼ ਜਾ ਕੇ ਬਾਬਰ ਦੇ ਟਾਈਮ ਚੱਲਦਾ ਰਿਹਾ ਸੀਗਾ। ਸੋ ਕੁਐਸਚਨ ਨੰਬਰ 27 ਹੈ ਜੀ, ਚਹਿਲਗਾਨੀ ਦੀ ਸਥਾਪਨਾ ਕਿਸ ਨੇ ਕੀਤੀ? ਚਹਿਲਗਾਨੀ ਕੀ ਸੀਗੇ ਅਗਲੇ ਕੁਐਸਚਨ 'ਚ ਤੁਹਾਨੂੰ ਕਲੀਅਰ ਹੋ ਜਾਊਗਾ। ਚਹਿਲਗਾਨੀ ਦੀ ਸਥਾਪਨਾ ਅਸੀਂ ਪੜ੍ਹਦੇ ਹਾਂ, ਪਹਿਲਾਂ ਸਥਾਪਨਾ ਕੀਤੀ ਸੀ ਇਲਤੁਤਮਿਸ਼ ਨੇ। ਚਹਿਲਗਾਨੀ ਕੀ ਸੀ? 40 ਗੁਲਾਮ, 40 ਤੁਰਕ ਅਮੀਰ, 40 ਸ਼ਾਸਕ ਜਾਂ 40 ਜਿੱਤੇ ਹੋਏ ਇਲਾਕੇ? ਸੋ ਜਿਹੜਾ ਇਲਤੁਤਮਿਸ਼ ਨੇ ਸ਼ੁਰੂ ਕੀਤਾ ਸੀ ਚਹਿਲਗਾਨੀ ਉਹ ਸੀ 40 ਤੁਰਕ ਅਮੀਰ, ਜੋ ਕਿ ਜੋ ਉਸ ਟਾਈਮ ਦੇ ਰਾਜੇ ਸੀ ਉਹਨਾਂ ਦੇ ਇਹ ਸਲਾਹਕਾਰ ਦੇ ਤੌਰ 'ਤੇ ਕੰਮ ਕਰਦੇ ਸੀ। ਕੁਐਸਚਨ ਨੰਬਰ 29 ਜੀ, ਇਲਤੁਤਮਿਸ਼ ਤੋਂ ਬਾਅਦ ਦਿੱਲੀ ਦੀ ਗੱਦੀ ਕਿਸ ਨੇ ਸੰਭਾਲੀ? ਆਰਾਮ ਸ਼ਾਹ, ਬਲਬਨ, ਰਜ਼ੀਆ ਸੁਲਤਾਨਾ, ਜਲਾਲੂਦੀਨ, ਯਾਕੂਬ? ਸੋ ਕੁਐਸਚਨ ਨੰਬਰ 29 ਦਾ ਆਨਸਰ ਹੈ ਜੀ ਆਪਸ਼ਨ ਏ 1 ਆਰਾਮ ਸ਼ਾਹ। ਦਿੱਲੀ ਦੇ ਤਖ਼ਤ 'ਤੇ ਬੈਠਣ ਵਾਲੀ ਪਹਿਲੀ ਮੁਸਲਿਮ ਔਰਤ ਕੌਣ ਸੀ? ਬੇਗਮ ਨੂਰ ਜਹਾਂ ਸੀ, ਹਾਸ਼ਮ ਸੁਲਤਾਨਾ, ਰਜ਼ੀਆ ਸੁਲਤਾਨਾ, ਜਲਾਲੂਦੀਨ, ਯਾਕੂਬ? ਸੋ ਰਜ਼ੀਆ ਸੁਲਤਾਨਾ ਸੀ ਜੀ ਪਹਿਲੀ ਜਿਹੜੀ ਮੁਸਲਿਮ ਇਸਤਰੀ ਜੋ ਸ਼ਾਸਨ ਜਿਹਨੇ ਕੀਤਾ, ਸ਼ਾਸਕ ਬਣੀ ਰਜ਼ੀਆ ਸੁਲਤਾਨਾ। ਕੁਐਸਚਨ ਨੰਬਰ 31 ਜੀ, ਰਜ਼ੀਆ ਸੁਲਤਾਨਾ ਕਿਸ ਦੇ ਪਿਆਰ ਵਿੱਚ ਪੈ ਗਈ ਸੀ? ਸੋ ਇਹਦਾ ਰਾਈਟ ਆਨਸਰ ਹੈ ਜੀ ਜਲਾਲੂਦੀਨ ਯਾਕੂਬ। ਜਲਾਲੂਦੀਨ ਯਾਕੂਬ ਜਿਹਦੇ ਕੋਲ ਜਾਂਦੇ ਹੋਏ ਰਸਤੇ 'ਚ ਜਿਹੜੀ ਉਹਨਾਂ ਦੀ ਇੱਕ
ਘਟਨਾ ਵਾਪਰੀ ਜਦੋਂ ਉਸ ਕੋਲ ਜਦ ਜਲਾਲੂਦੀਨ ਯਾਕੂਬ ਨੂੰ ਮਿਲਣ ਗਈ, ਸ਼ਾਇਦ ਉਹ ਬਠਿੰਡੇ ਏਰੀਏ ਦਾ ਸੀ, ਤਾਂ ਮਗਰੋਂ ਜਿਹੜਾ ਸ਼ਾਸਨ ਖੋਲ੍ਹਿਆ ਗਿਆ ਸੀ ਰਜ਼ੀਆ ਸੁਲਤਾਨਾ ਦਾ। ਕੁਐਸਚਨ ਨੰਬਰ 32 ਜੀ, ਬਲਬਨ ਦਾ ਕਾਰਜਕਾਲ ਕੀ ਸੀ? 1266 ਤੋਂ 1286। ਕੁਐਸਚਨ ਨੰਬਰ 33 ਜੀ, ਬਲਬਨ ਨੇ ਆਪਣੇ ਰਾਜ ਨੂੰ ਪੱਕਾ ਕਰਨ ਲਈ ਕਿਹੜੀ ਨੀਤੀ ਅਪਣਾਈ? ਸੋ ਬਲਬਨ ਨੇ ਜਿਹੜੀਆਂ ਪਾਲਿਸੀਜ਼, ਇਹ ਬੜੀ ਕਨਫਿਊਜ਼ਨ ਹੁੰਦੀ ਹੈ ਇਹਨਾਂ ਕੁਐਸਚਨ ਦੇ ਵਿੱਚ, ਕਿਉਂਕਿ ਇਲਤੁਤਮਿਸ਼ ਨੇ ਕੁਛ ਚਲਾਈਆਂ, ਕੁਛ ਅੱਗੇ ਖਿਲਜੀ ਵੰਸ਼ 'ਚ, ਤੁਗਲਕ ਵੰਸ਼ 'ਚ ਚਲਾਈਆਂ ਸੀ। ਇਹ ਬਹੁਤ ਕੇਅਰਫੁਲੀ ਯਾਦ ਕਰਨ ਵਾਲੀਆਂ ਜੀ। ਲੋਹੂ ਤੇ ਲੋਹੀ ਦੀ ਨੀਤੀ ਜਿਹੜੀ ਬਲਬਨ ਦੁਆਰਾ ਚਲਾਈ ਗਈ ਸੀ। ਕੁਐਸਚਨ ਨੰਬਰ 34, ਗੁਲਾਮ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਕਿਸ ਨੂੰ ਮੰਨਿਆ ਜਾਂਦਾ? ਸੋ ਇਹਦਾ ਰਾਈਟ ਆਨਸਰ ਹੈ ਜੀ ਬਲਬਨ। ਬਲਬਨ ਨੂੰ ਜਿਹੜਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਮੰਨਿਆ ਜਾਂਦਾ ਸੀ। ਕੁਐਸਚਨ ਨੰਬਰ 35 ਜੀ, ਸੁਲਤਾਨ ਦੀ ਸਰਵਉੱਚਤਾ ਸਥਾਪਿਤ ਕਰਨ ਲਈ ਬਲਬਨ ਨੇ ਸਿਜਦਾ ਤੇ ਪਾਈਬੋਸ ਕਿਹੜੀਆਂ ਦੋ ਪ੍ਰਥਾਵਾਂ ਚਲਾਈਆਂ? ਸੋ ਇਹ ਕਲੀਅਰ ਹੋ ਹੀ ਗਿਆ ਜੀ, ਸਿਜਦਾ ਤੇ ਪਾਈਬੋਸ। ਸਿਜਦਾ ਹੁੰਦਾ ਸੀ ਹੱਥ ਨਾਲ ਝੁੱਕ ਕੇ ਨਮਸਕਾਰ ਕਰਨਾ, ਪਾਈਬੋਸ ਸੀਗਾ ਪੈਰਾਂ ਨੂੰ ਛੂਹਣਾ। ਬਲਬਨ ਨੇ ਇਲਤੁਤਮਿਸ਼ ਦੁਆਰਾ ਸਥਾਪਿਤ ਕਿਹੜੀ ਪ੍ਰਸਿੱਧ ਸੰਸਥਾ ਨੂੰ ਖਤਮ ਕਰ ਦਿੱਤਾ ਸੀ? ਸੋ ਬਲਬਨ ਨੇ ਬੜੇ ਚੇਂਜਸ ਲਿਆਂਦੀਆਂ, ਬੜੇ ਕ੍ਰਾਂਤੀਕਾਰੀ ਇੰਪਰੋਵਾਈਜ਼ਡ ਕੰਮ ਕੀਤੇ ਸੀ। ਇਲਤੁਤਮਿਸ਼ ਦੁਆਰਾ ਕਿਹੜੀ ਸ਼ੁਰੂ ਕੀਤੀ ਗਈ ਸੀ? ਚਹਿਲਗਾਨੀ। ਚਹਿਲਗਾਨੀ ਨੂੰ ਜਿਹੜਾ ਬਲਬਨ ਨੇ ਖਤਮ ਕੀਤਾ ਸੀ, ਇਲਤੁਤਮਿਸ਼ ਨੇ ਸ਼ੁਰੂ ਕੀਤਾ ਸੀ। ਸੋ ਕੁਐਸਚਨ ਨੰਬਰ 37 ਜੀ, ਬਲਬਨ ਨੇ ਸੁਲਤਾਨ ਦੇ ਗੌਰਵ ਨੂੰ ਵਧਾਉਣ ਲਈ ਕਿਹੜੇ ਸਿਧਾਂਤ ਦੇ ਅਧਿਕਾਰਾਂ 'ਤੇ ਜ਼ੋਰ ਦਿੱਤਾ? ਸੋ ਰਾਜੇ ਦੇ ਦੈਵੀ ਅਧਿਕਾਰਾਂ 'ਤੇ ਉਹਨੇ ਜ਼ੋਰ ਦਿੱਤਾ ਸੀ ਸੁਲਤਾਨ ਦੇ ਗੌਰਵ ਨੂੰ ਵਧਾਉਣ ਲਈ। ਗੁਲਾਮ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ? ਗੁਲਾਮ ਵੰਸ਼ ਦਾ ਅੰਤਮ ਸ਼ਾਸਕ ਸੀ ਜੀ ਕੈਕੂਬਾਦ, ਜਿਹੜਾ ਆਪਸ਼ਨ ਨੰਬਰ 4 ਹੈ ਜੀ। ਆਪਸ਼ਨ 4 ਕੈਕੂਬਾਦ ਹੈ ਜਿਹੜਾ ਉਹ ਗੁਲਾਮ ਵੰਸ਼ ਦਾ ਲਾਸਟ ਸ਼ਾਸਨ ਸੀ। ਸੋ ਦਿੱਲੀ ਸਲਤਨਤ ਦੇ ਵਿੱਚ ਅਗਲਾ ਜਿਹੜਾ ਪਾਰਟ 2 ਲੈ ਕੇ ਆਵਾਂਗੇ, ਜਿਹਦੇ 'ਚ ਖਿਲਜੀ ਵੰਸ਼ ਅਤੇ ਤੁਗਲਕ ਵੰਸ਼ ਪੜ੍ਹਾਂਗੇ ਅਗਲੀ ਵੀਡੀਓ ਦੇ ਵਿੱਚ। ਸੋ ਜਿਹੜਾ ਸਾਰਾ ਜਿਹੜਾ ਇਹ ਸਾਡਾ ਦਿੱਲੀ ਸਲਤਨਤ, ਦਿੱਲੀ ਡਾਇਨੈਸਟੀ ਆ ਕਿਹਾ ਜਾਂਦਾ ਉਹਨੂੰ, ਉਹਦੇ ਵਿੱਚ ਸਾਡੀਆਂ 2 ਜਾਂ 3 ਵੀਡੀਓਜ਼ ਟੋਟਲ ਬਣਨਗੀਆਂ। ਸੋ ਵੀਡੀਓਜ਼ ਧਿਆਨ ਨਾਲ ਦੇਖਿਓ ਜੀ। ਥੈਂਕ ਯੂ ਤੁਹਾਡਾ ਜੀ ਐਗਜ਼ਾਮ ਸਟੱਡੀ ਚੰਡੀਗੜ੍ਹ ਵੱਲੋਂ ਜੀ।